ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਵੈਕਸੀਨੇਸ਼ਨ ਦੇ ਨਾਲ ਹੀ ਜੁੜੀ ਹੋਈ ਅੱਗੇ ਦੀ ਵੱਡੀ ਖਬਰ ਹੈ। ਵੈਕਸੀਨੇਸ਼ਨ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਨੇ। ਸਿਹਤ ਮੰਤਰਾਲੇ ਦੇ ਵੱਲੋਂ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਤੇ ਸਾਫ਼ ਕਰ ਦਿੱਤਾ ਗਿਆ ਕਿ ਵੈਕਸੀਨ ਲਗਵਾਉਣ ਤੋਂ ਪਹਿਲਾਂ ਕੋਰੋਨਾ ਟੈਸਟ ਦੀ ਜ਼ਰੂਰਤ ਨਹੀਂ ਹੈ ਜਾਂ ਵੈਕਸੀਨੇਸ਼ਨ ਤੋਂ ਪਹਿਲਾਂ ਰੈਪਿਡ ਟੈਸਟ ਨਹੀਂ ਹੋਵੇਗਾ। ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਸਾਫ਼ ਕੀਤਾ ਗਿਆ ਕੋਰੋਨਾ ਮਰੀਜ਼ ਦੇ ਠੀਕ ਹੋਣ ਤੋਂ 3 ਮਹੀਨੇ ਬਾਅਦ ਟੀਕਾ ਲੱਗੇਗਾ। ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਵੀ ਹੁਣ ਕੋਰੋਨਾ ਰੋਕੂ ਟੀਕਾ ਲਗਵਾ ਸਕਦੀਆਂ ਨੇ। ਸਿਹਤ ਮੰਤਰਾਲੇ ਦੇ ਵੱਲੋਂ ਮਾਰਾਂ ਦੀ ਸਿਫਾਰਿਸ਼ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਕੋਵਿਡ-19 ਦੀ ਵੈਕਸੀਨ ਦੇ ਲਈ ਬਣਾਏ ਗਏ ਦਾ ਨੈਸ਼ਨਲ ਐਕਸਪਰਟ ਗਰੁੱਪ ਨੇ ਸਿਫਾਰਿਸ਼ ਕੀਤੀ ਸੀ, ਜਿਸ ਨੂੰ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ ਵੱਖ-ਵੱਖ ਥਾਵਾਂ ਤੋਂ ਖਾਸ ਤੌਰ ਤੇ ਮੋਗਾ ਤੋਂ ਇੱਕ ਖਬਰ ਸਾਹਮਣੇ ਆਈ ਸੀ, ਜਿੱਥੇ ਵੈਕਸੀਨ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਏ ਜਾ ਰਹੇ ਸਨ। ਪਰ ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਇਹ ਕਲੀਅਰ ਕਰ ਦਿੱਤਾ ਕਿ ਵੈਕਸੀਨ ਦੇ ਲਈ ਕੋਰੋਨਾ ਟੈਸਟ ਦੀ ਜ਼ਰੂਰਤ ਨਹੀਂ। ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੈਬ ਰਿਸਰਚ ਦੇ ਦੌਰਾਨ ਕੋਰੋਨਾ ਬਾਰੇ ਵੱਡਾ ਖੁਲਾਸਾ ਹੋਇਆ ਹੈ। ਮਰੀਜ਼ ਦੇ ਜਾਣ ਤੋਂ ਬਾਅਦ ਵੀ ਹਵਾ ਦੇ ਵਿੱਚ 2 ਤੋਂ 3 ਘੰਟੇ ਤੱਕ ਕੋਰੋਨਾ ਦਾ ਵਾਇਰਸ ਰਹਿੰਦਾ ਹੈ। ਇਹ ਜਿਹੜੀ ਰਿਸਰਚ ਹੋਈ ਹੈ ਨਵੀਂ, ਉਸ ਰਿਪੋਰਟ ਦੇ ਆਧਾਰ ਦੇ ਉੱਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਰੀਜ਼ ਜਿੱਥੇ ਰੁਕੇਗਾ ਉੱਥੇ ਹਵਾ ਦੇ ਵਿੱਚ 2 ਤੋਂ 3 ਘੰਟੇ ਵਾਇਰਸ ਰਹਿੰਦਾ ਹੈ। ਯਾਨੀ ਕਿ ਜੇਕਰ ਕੋਈ ਕਿਸੇ ਦੁਕਾਨ ਦੇ ਵਿੱਚ ਗਿਆ ਤੇ ਉਹ ਪੀੜਤ ਹੋਇਆ ਤਾਂ ਇਹ ਨਹੀਂ ਕਿ ਉਹ ਨਿਕਲ ਕੇ ਉੱਥੋਂ ਚਲਾ ਗਿਆ ਤਾਂ ਅਗਲੇ 2-3 ਘੰਟੇ ਹਵਾ ਦੇ ਵਿੱਚ ਵਾਇਰਸ ਰਹਿ ਸਕਦਾ ਹੈ। ਇਹ ਹੁਣ ਨਵੀਆਂ ਜਿਹੜੀਆਂ ਰਿਸਰਚ ਦੀਆਂ ਰਿਪੋਰਟਸ ਨੇ ਉਹ ਕਹਿ ਰਹੀਆਂ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਦੇਸ਼ ਦੀਆਂ 3 ਕੇਂਦਰੀ ਲੈਬਸ ਰਿਸਰਚ ਕਰ ਰਹੀਆਂ ਨੇ। ਰਿਸਰਚ ਦੇ ਵਿੱਚ ਇੱਕ ਚੰਡੀਗੜ੍ਹ ਦੀ IM ਟੈਕ ਲੈਬ ਵੀ ਸ਼ਾਮਲ ਹੈ। ਦਰਅਸਲ ਇਸ ਪ੍ਰੈਕਟੀਕਲ ਰਿਸਰਚ ਦੇ ਵਿੱਚ ਪਾਇਆ ਗਿਆ ਕਿ ਕੋਰੋਨਾ ਵਾਇਰਸ ਪੀੜਤ ਜਿਸ ਵੀ ਥਾਂ ਦੇ ਉੱਤੇ ਥੋੜੀ ਦੇਰ ਰੁਕੇਗਾ, ਅਜਿਹੇ ਦੇ ਵਿੱਚ ਜੇਕਰ ਉੱਥੇ ਉਸ ਨੂੰ ਛਿੱਕ ਆਉਂਦੀ ਹੈ ਜਾਂ ਉਹ ਖੰਗੇਗਾ ਜਾਂ ਫਿਰ ਗੱਲਬਾਤ ਕਰਦੇ ਹੋਏ ਸਮਾਂ ਬਿਤਾਏਗਾ ਤਾਂ ਉਸਦੇ ਉੱਥੋਂ ਜਾਣ ਤੋਂ ਵੀ 2 ਤੋਂ 3 ਘੰਟੇ ਤੱਕ ਹਵਾ ਦੇ ਵਿੱਚ ਕੋਰੋਨਾ ਵਾਇਰਸ ਦਾ ਅਸਰ ਬਣਿਆ ਰਹਿ ਸਕਦਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਨਵੀਂ ਰਿਸਰਚ ਦੇ ਵਿੱਚ। एरोसोल जो स्प्रेड है इसके जो है इसकी वजह से 2-3 चीज़ें सामने आ रही हैं। पहली सबसे बड़ी है, पहले हम कहते थे कि आप घर पे बैठो, अब हम एक और बात कर रहे हैं कि घर में भी आप कैसे बैठो। तो अगर आपके घर में कोई एक भी व्यक्ति है वो इन्फेक्टेड होके बाहर से आया है या बाहर से कोई काम करने वाले जो आते हैं आपके घर में काम करने वाले या कोई वेजिटेबल वेंडर्स हैं या कोई हैं वो आपके घर में आते हैं, तो वो अगर अपने कीटाणु हैं जो वहाँ पर छोड़ गए, तो अगर हम क्लोज एनवायरनमेंट में खिड़कियों को दरवाज़ों को बंद करके रखेंगे तो वो जो कीटाणु है अंदर ज़्यादा वो रहेगा। आज इस पेंडेमिक शुरू को अगर हम देखें तो 1.5 साल हो चुका है। इसमें हमारी जो समझ है वो बढ़नी शुरू हुई और धीरे धीरे ये देखना शुरू हुआ कि जो फाइन पार्टिकल होते हैं उनके थ्रू भी ये एयर में सस्पेंडेड रहता है। यानी कि जो ड्रॉपलेट्स हैं और फाइन पार्टिकल्स हैं ये उनके बीच उन पे सस्पेंडेड रहता है। तो जो वेंटिलेशन होता है कि हमारे दरवाजे खुले हैं नहीं हैं, खिड़की खुले हैं नहीं है, AC में भी एक वेंट ऑन ऑफ होता है, तो उसके ऊपर ये डिपेंड करता है कि ये वायरस कितनी देर स्टे करेगा। दूसरी चीज, ये जो वायरस एग्जिस्ट कर सकता है बट उसका लोड, मतलब कितने वायरस हैं, वो वायरल लोड जो है वो डिजीज को बढ़ाएगा या आपको कोविड-19 से अफेक्ट करेगा। ਜ਼ਰੂਰ ਇਹ ਚਿੰਤਾ ਦਾ ਸਬਬ ਆਮ ਲੋਕਾਂ ਦੇ ਲਈ ਵੀ ਹੈਗਾ ਏ। ਤਾਂ ਹੁਣ ਕੀ ਨਵੀਆਂ ਗਾਈਡਲਾਈਨਸ ਜਾਰੀ ਕਰਨੀਆਂ ਹੋਣਗੀਆਂ? ਜੇਕਰ ਨਵੀਆਂ ਗਾਈਡਲਾਈਨਸ ਹੋਣਗੀਆਂ ਤਾਂ ਉਹ ਕਿਵੇਂ ਦੀਆਂ ਹੋ ਸਕਦੀਆਂ ਨੇ? ਕਿਉਂਕਿ ਜੇਕਰ ਕੋਈ ਕਿਸੇ ਦੁਕਾਨ ਦੇ ਵਿੱਚ ਜਾ ਰਿਹਾ, ਸੋਸ਼ਲ ਡਿਸਟੈਂਸਿੰਗ ਬਾਕੀ ਲੋਕਾਂ ਨੇ ਬਣਾਈ ਹੋਈ ਹੈ, ਉੱਥੇ ਜਾ ਕੇ ਉਹ ਬੋਲ ਕੇ ਕੋਈ ਸਮਾਨ ਲੈ ਰਿਹਾ ਹੈ, ਉਸ ਸ਼ਖਸ ਨੂੰ ਵੀ ਸ਼ਾਇਦ ਨਹੀਂ ਪਤਾ ਕਿ ਉਸ ਨੂੰ ਕੋਰੋਨਾ ਹੈ, ਤਾਂ ਫਿਰ ਉੱਥੋਂ ਵੀ ਸਪਰੈਡ ਹੋ ਸਕਦਾ ਹੈ। ਇਹ ਹੁਣ ਨਵੀਂ ਰਿਸਰਚ ਕਹਿ ਰਹੀ ਹੈ। ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।